ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਫੌਜ ਦੀ ਵਾਪਸੀ ਬਾਰੇ ਵਿਚਾਰ ਸਾਂਝੇ ਕਰਾਂਗੇ। ਸਰਕਾਰ ਨੇ ਅਕਾਲ ਤਖਤ ਸਾਹਿਬ ਤੇ ਹੋਰਨਾਂ ਇਮਾਰਤਾਂ ਦੀ ਮੁਰੰਮਤ ਦਾ ਕੰਮ ਤੱਦੀ ਨਾਲ ਨਪੇੜੇ ਚਾੜ ਲੈਣ ਤੋਂ ਬਾਅਦ ਦਰਬਾਰ ਸਾਹਿਬ 'ਚੋਂ ਫੌਜ ਹਟਾ ਲੈਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਸੀ। ਦਰਬਾਰ ਸਾਹਿਬ 'ਚੋਂ ਸਾਰੀ ਫੌਜ ਨੂੰ ਇੱਕੋ ਵਾਰੀ ਬਾਹਰ ਕੱਢ ਲੈਣ ਦੀ ਬਜਾਏ ਇਹ ਅਮਲ ਹੌਲੀ-ਹੌਲੀ ਅਤੇ ਕਿਸ਼ਤਾਂ ਵਿੱਚ ਨਪੇੜੇ ਚਾੜਿਆ ਗਿਆ। ਸਰਕਾਰ ਵੱਲੋਂ ਹਰ ਕਦਮ ਪੂਰੀ ਤਿਆਰੀ ਤੇ ਸਾਵਧਾਨੀ ਨਾਲ ਚੁੱਕਿਆ ਗਿਆ। 28 ਸਤੰਬਰ ਨੂੰ ਗਵਰਨਰ ਦੇ ਸਲਾਹਕਾਰ ਆਰ.ਵੀ. ਸੁਬਰਾਮਨੀਅਮ ਨੇ ਤੋਪਖਾਨੇ ਦੀਆਂ ਚਾਬੀਆਂ ਸਿੰਘ ਸਾਹਿਬਾਨਾਂ ਨੂੰ ਸੌਂਪ ਦਿੱਤੀਆਂ, ਪਰ ਸਰਾਵਾਂ ਤੇ ਦਫ਼ਤਰਾਂ ਵਾਲਾ ਹਿੱਸਾ ਫੌਜ ਦੇ ਕਬਜ਼ੇ ਵਿੱਚ ਹੀ ਰਹਿਣ ਦਿੱਤਾ ਗਿਆ। ਸਿੰਘ ਸਾਹਿਬਾਨ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਫੌਜ ਨੂੰ ਪੂਰਨ ਰੂਪ ਵਿੱਚ ਬਾਹਰ ਕੱਢ ਲੈਣ ਦੀ ਮੰਗ ਮਨਵਾਉਣ ਤੋਂ ਬਿਨਾਂ ਹੀ ਅੱਧੇ ਹਿੱਸੇ ਦਾ ਚਾਰਜ ਮਿਲ ਜਾਣ ਤੇ ਆਪਣੀ ਸੰਤੁਸ਼ਟੀ ਤੇ ਸਹਿਮਤੀ ਪ੍ਰਗਟਾ ਦਿੱਤੀ ਅਤੇ ਸਿੱਖ ਸੰਗਤਾਂ ਨੂੰ ਭਰੋਸੇ ਵਿੱਚ ਲਏ ਬਗੈਰ ਹੀ ਆਪ ਹੁਦਰੇ ਢੰਗ ਨਾਲ 1 ਅਕਤੂਬਰ ਦਾ ਰੋਸ ਮਾਰਚ ਰੱਦ ਕਰ ਦੇਣ ਅਤੇ ਇਸ ਦੀ ਜਗ੍ਹਾ ਪੰਥ ਦੀ ਮਹਾਨ ਜਿੱਤ ਦੀ ਖੁਸ਼ੀ ਵਿੱਚ ਅਕਾਲ ਪੁਰਖ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ 1 ਅਕਤੂਬਰ ਨੂੰ ਸ਼ੁਕਰਾਨਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ। ਸਿੱਖ ਸੰਗਤਾਂ ਦੇ ਮਨਾਂ ਅੰਦਰ ਸਿੰਘ ਸਾਹਿਬਾਨ ਦੇ ਖਿਲਾਫ ਪਹਿਲਾਂ ਹੀ ਬੇਭਰੋਸਗੀ ਤੇ ਨਾਰਾਜ਼ਗੀ ਦਾ ਰੋਹ ਬਣਿਆ ਹੋਇਆ ਸੀ। ਸਰਕਾਰ ਨਾਲ ਉਸ ਦੀ ਗੁਪਤ ਸਾਂਢ-ਗਾਂਢ ਬਾਰੇ ਚਰਚਾ ਆਮ ਹੋਣ ਲੱਗ ਪਈ ਸੀ ਅਤੇ ਸਿੰਘ ਸਾਹਿਬਾਨ ਵੱਲੋਂ ਗਿਆਨੀ ਜੈਲ ਸਿੰਘ ਨੂੰ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਏ ਬਿਨਾਂ ਹੀ ਦੋਸ਼ ਮੁਕਤ ਕਰ ਦੇਣ ਦੀ ਕਾਰਵਾਈ ਨਾਲ ਸਿੱਖਾਂ ਦੇ ਮਨਾਂ ਅੰਦਰ ਬਣੇ ਸ਼ੰਕੇ ਹੋਰ ਗੂੜ੍ਹੇ ਹੋ ਗਏ ਸਨ। ਸੰਤ ਸਿਪਾਹੀ ਤੇ ਸਿੱਖਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਦੇ ਹੋਏ ਲਿਖਿਆ ਸੀ ਕਿ ਸਿੰਘ ਸਾਹਿਬਾਨ ਦਾ ਜੋ ਸਮਝੌਤਾ ਸਰਕਾਰ ਨਾਲ ਹੋਇਆ ਹੈ, ਜਾਂ ਇੰਜ ਆਖੀਏ ਕਿ ਜੋ ਸਮਝੌਤਾ ਅਕਾਲੀ ਲੀਡਰਸ਼ਿਪ ਨੇ ਸਰਕਾਰ ਨਾਲ ਕਰਕੇ ਸਿੰਘ ਸਾਹਿਬਾਨ ਦੀ ਉਸ ਉੱਤੇ ਮੋਹਰ ਲਗਵਾਈ ਹੈ, ਉਹ ਗੁਪਤ ਰੱਖਿਆ ਗਿਆ ਹੈ। ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਇੰਜ ਭਾਸਦਾ ਹੈ ਕਿ ਸਿੰਘ ਸਾਹਿਬਾਨ ਨੇ ਸਰਕਾਰ ਨੂੰ ਯਕੀਨ ਦਿਵਾਇਆ ਹੈ ਕਿ ਜੇ ਦਰਬਾਰ ਸਾਹਿਬ ਉਹਨਾਂ ਦੇ ਦਿੱਤਾ ਜਾਵੇ ਤਾਂ ਉਹ ਇੱਥੇ ਰਾਜਸੀ ਅਤੇ ਖਾਲਿਸਤਾਨੀ ਸਰਗਰਮੀਆਂ ਨਹੀਂ ਹੋਣ ਦੇਣਗੇ। ਇਸ ਤੋਂ ਇਲਾਵਾ ਭਾਵੇਂ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਲੰਗਰ ਦੀ ਇਮਾਰਤ ਪੰਥ ਦੇ ਹਵਾਲੇ ਕਰ ਦਿੱਤੀ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਤੇ ਸਾਰੀਆਂ ਸਰਾਵਾਂ ਉੱਤੇ ਹਾਲੇ ਵੀ ਨੀਮ ਫੌਜੀ ਜਥੇਬੰਦੀਆਂ ਦਾ ਕਬਜ਼ਾ ਸੀ। ਇਸ ਕਰਕੇ ਆਮ ਲੋਕਾਂ ਨੂੰ ਅੰਦਰ ਖਾਤੇ ਹੋਏ ਕਿਸੇ ਸਮਝੌਤੇ ਉੱਤੇ ਤਸੱਲੀ ਨਹੀਂ ਸੀ। 1 ਅਕਤੂਬਰ ਦੇ ਰੋਸ ਵਿੱਚ ਮਾਰਚ ਉੱਤੇ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੇ ਜਾਣ ਦੇ ਡਰ ਤੋਂ ਸਿੱਖ ਸੰਗਤਾਂ 3-4 ਦਿਨ ਪਹਿਲਾਂ ਹੀ ਗੁਰਦੁਆਰਾ ਸ਼ਹੀਦਾਂ ਵਿਖੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਸੰਗਤਾਂ ਅੰਦਰ ਰੋਸ ਮਾਰਚ ਲਈ ਭਾਰੀ ਉਤਸ਼ਾਹ ਬਣਿਆ ਹੋਇਆ ਸੀ। ਇਸ ਕਰਕੇ ਸਿੰਘ ਸਾਹਿਬਾਨ ਵੱਲੋਂ ਰੋਸ ਮਾਰਚ ਰੱਦ ਕਰ ਦੇਣ ਦੇ ਬਿਆਨ ਦਾ ਸੰਗਤਾਂ ਦੇ ਮਨਾਂ ਉੱਤੇ ਚੰਗਾ ਅਸਰ ਨਹੀਂ ਸੀ ਪਿਆ। ਉਹਨਾਂ ਦੇ ਮਨਾਂ ਅੰਦਰ ਤਰ੍ਹਾਂ ਦੇ ਸ਼ੰਕੇ ਤੇ ਸਵਾਲ ਖੜੇ ਹੋ ਗਏ ਸਨ। 1 ਅਕਤੂਬਰ ਨੂੰ ਸੰਗਤਾਂ ਨੂੰ ਲਗਾਤਾਰ 4 ਮਹੀਨਿਆਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਇਸ ਕਰਕੇ ਉਸ ਦਿਨ ਦਰਬਾਰ ਸਾਹਿਬ ਅੰਦਰ ਸੰਗਤਾਂ ਦਾ ਹੜ੍ਹ ਜਿਹਾ ਹੀ ਆ ਗਿਆ ਸੀ। ਸਿੰਘ ਸਾਹਿਬਾਨ ਨੇ ਅਕਾਲ ਤਖਤ ਦੇ ਸਾਹਮਣੇ ਸਜੀ ਸਟੇਜ ਉੱਤੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ, ਪਰ ਸਿੰਘ ਸਾਹਿਬਾਨ ਦੇ ਭਾਸ਼ਣਾਂ ਨਾਲ ਸਿੱਖ ਸੰਗਤਾਂ ਦੀ ਤਸੱਲੀ ਨਾ ਹੋਈ। ਨਾ ਤਾਂ ਉਹਨਾਂ ਦੇ ਮਨਾਂ ਅੰਦਰ ਪੈਦਾ ਹੋਏ ਸ਼ੰਕਿਆਂ ਬਾਰੇ ਕੋਈ ਸਪਸ਼ਟੀਕਰਨ ਦੇਣਾ ਜ਼ਰੂਰੀ ਸਮਝਿਆ ਗਿਆ, ਨਾ ਪੰਥ ਨੂੰ ਦਰਪੇਸ਼ ਸੰਕਟ ਤੇ ਚੁਣੌਤੀਆਂ ਬਾਰੇ ਕੋਈ ਲਫ਼ਜ਼ ਸਾਂਝਾ ਕੀਤਾ ਗਿਆ ਅਤੇ ਨਾ ਹੀ ਸਿੱਖ ਸੰਘਰਸ਼ ਨੂੰ ਅੱਗੇ ਵਧਾਉਣ ਦੀ ਲੋੜ ਤੇ ਤਾਕ ਦਾ ਪ੍ਰਗਟਾਵਾ ਕੀਤਾ ਗਿਆ। ਗਿਆਨੀ ਸਾਹਿਬ ਸਿੰਘ ਜੀ ਨੇ ਸਟੇਜ ਉੱਤੋਂ ਸੰਗਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ 5 ਸਿੰਘਾਂ ਸਾਹਿਬਾਨ ਦਾ ਫੈਸਲਾ ਹੈ ਕਿ ਸਿਰਫ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੋਂ ਬਿਨਾਂ ਹੋਰ ਕੋਈ ਨਾਅਰਾ ਨਾ ਲਾਇਆ ਜਾਵੇ। ਸਿੰਘ ਸਾਹਿਬਾਨ ਦੇ ਇਸ ਰਵੱਈਏ ਉੱਤੇ ਸੰਗਤਾਂ ਨੂੰ ਨਾ ਸਿਰਫ ਮਾਯੂਸੀ ਹੋਈ ਸਗੋਂ ਉਹਨਾਂ ਦੇ ਸ਼ੰਕੇ ਹੋਰ ਪੱਕੇ ਹੋ ਗਏ, ਕਿਉਂਕਿ ਸਿੱਖ ਕੌਮ ਨੂੰ ਦਰਪੇਸ਼ ਸੰਕਟ ਦੀ ਘੜੀ ਮੌਕੇ ਖਾਲਸਾ ਪੰਥ ਦੇ ਅਕਾਲ ਤਖਤ ਉੱਤੇ ਜੁੜ ਬੈਠਣ ਅਤੇ ਪੰਥਕ ਸਥਿਤੀ ਬਾਰੇ ਨਿੱਠ ਕੇ ਵਿਚਾਰ ਚਰਚਾ ਕਰਨ ਦੀ ਰਵਾਇਤ ਤਕਰੀਬਨ 3 ਸਦੀਆਂ ਤੋਂ ਨਿਰੰਤਰ ਤੁਰੀ ਆ ਰਹੀ ਹੈ। ਇਸ ਰਵਾਇਤ ਦੀ ਰੱਖਿਆ ਕਰਨ ਲਈ ਸਿੱਖਾਂ ਨੇ ਇਤਿਹਾਸ ਅੰਦਰ ਬੇਸ਼ੁਮਾਰ ਕੁਰਬਾਨੀਆਂ ਕੀਤੀਆਂ ਹਨ। ਇਸ ਕਰਕੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਜਦ ਸਿੱਖ ਕੌਮ ਵੱਡੇ ਸੰਕਟ ਵਿੱਚੋਂ ਗੁਜ਼ਰ ਰਹੀ ਸੀ ਤਾਂ ਸਿੱਖ ਸਾਹਿਬਾਨ ਵੱਲੋਂ ਦਰਬਾਰ ਸਾਹਿਬ ਅੰਦਰ ਰਾਜਸੀ ਵਿਚਾਰ ਚਰਚਾ ਤੇ ਸਰਗਰਮੀਆਂ ਉੱਤੇ ਇੱਕ ਤਰ੍ਹਾਂ ਨਾਲ ਪਾਬੰਦੀ ਲਾ ਦੇਣ ਦੇ ਕਰਮ ਵਿੱਚੋਂ ਸਰਕਾਰ ਨਾਲ ਉਹਨਾਂ ਦੀ ਅੰਦਰ ਖਾਤੇ ਹੋਈ ਸੰਮਤੀ ਦਾ ਪ੍ਰਤੱਖ ਪ੍ਰਭਾਵ ਮਿਲਦਾ ਸੀ। ਉਸ ਦਿਨ ਜਗ੍ਹਾ ਜਗ੍ਹਾ ਡਾਂਗਾ ਫੜੀ ਖਲੋਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀ
ਮੌਜੂਦਗੀ ਵੀ ਸਿੱਖ ਸੰਗਤਾਂ ਨੂੰ ਕਾਫੀ ਅਨੋਖੀ ਲੱਗੀ ਸੀ। ਇਨ੍ਹਾਂ ਸੇਵਾਦਾਰਾਂ ਦੀਆਂ ਬਾਹਾਂ ਉੱਤੇ ਲਗਾਏ ਗਏ ਪੱਟੇ, ਜਿਨ੍ਹਾਂ ਉੱਤੇ ਸੇਵਾਦਾਰ ਉਕਰਿਆ ਹੋਇਆ ਸੀ, ਤਾਜ਼ਾ ਲਿਖੇ ਹੋਏ ਸਾਫ਼ ਦਿਖਾਈ ਦੇ ਰਹੇ ਸਨ। ਇਸ ਨਾਲ ਵੀ ਸਿੱਖ ਸੰਗਤਾਂ ਦੇ ਸ਼ੰਕੇ ਤੇ ਤੌਖਲੇ ਹੋਰ ਜ਼ਿਆਦਾ ਵੱਧ ਗਏ ਸਨ। ਸੰਗਤਾਂ ਦੇ ਇਹ ਸ਼ੰਕੇ ਉਸ ਵੇਲੇ ਯਕੀਨ ਵਿੱਚ ਬਦਲ ਗਏ ਜਦੋਂ ਸਿੰਘ ਸਾਹਿਬਾਨ ਦੇ ਭਾਸ਼ਣ ਦੀ ਸਮਾਪਤੀ ਉੱਤੇ ਕੁਝ ਨੌਜਵਾਨਾਂ ਵੱਲੋਂ ਉਹਨਾਂ ਨਾਲ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੇ ਜਾਣ ਤੇ ਇਹਨਾਂ ਨਵੇਂ ਸਜਾਏ ਗਏ ਸੇਵਾਦਾਰਾਂ ਨੇ ਉਹਨਾਂ ਉੱਤੇ ਪੁਲਸੀਆਂ ਵਾਂਗੂ ਡਾਂਗਾਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੰਘ ਸਾਹਿਬਾਨ ਤਾਂ ਹਾਲਤ ਦਾ ਰੋਹ ਵੇਖ ਕੇ ਤੁਰੰਤ ਉੱਥੋਂ ਖਿਸਕ ਗਏ, ਪਰ ਰੋਹ ਵਿੱਚ ਆਏ ਨੌਜਵਾਨ ਮੋੜਵੇਂ ਰੂਪ ਵਿੱਚ ਸੇਵਾਦਾਰਾਂ ਨਾਲ ਉਲਝ ਪਏ। ਉਹਨਾਂ ਨੇ ਸੇਵਾਦਾਰਾਂ ਕੋਲੋਂ ਸੋਟੀਆਂ ਖੋਹ ਲਈਆਂ। ਸੇਵਾਦਾਰ ਦੌੜ ਗਏ ਤੇ ਮੁੰਡੇ ਨੌਜਵਾਨ ਅਕਾਲ ਤਖਤ ਸਾਹਿਬ ਦੇ ਉੱਤੇ ਚੜ੍ਹ ਗਏ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ ਸਜਿਆ ਤੇ ਜਿਸ ਮੁੰਡੇ ਨੌਜਵਾਨ ਦੇ ਦਿਲ ਵਿੱਚ ਆਇਆ ਉਸ ਨੇ ਬੋਲਿਆ। ਮੁੰਡਿਆਂ ਨੇ ਸ਼ੁਰੂ ਵਿੱਚ ਹੀ ਆਪਣੇ ਲੈਕਚਰਾਂ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਤੇ ਭਿੰਡਰਾਂਵਾਲੇ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ ਦੇ ਵੀ ਨਾਅਰੇ ਲਗਾਏ। ਇਹਨਾਂ ਨਾਅਰਿਆਂ ਦਾ ਜਵਾਬ ਸਾਰੀ ਸੰਗਤ ਨੇ ਹੀ ਤਕਰੀਬਨ ਹੱਥ ਖੜੇ ਕਰਕੇ ਦਿੱਤਾ। ਸ਼ਾਇਦ ਹੀ ਹੈ ਜੇ ਕੋਈ ਵਿੱਚ ਰਹਿ ਗਿਆ ਹੋਵੇ ਜਿਸ ਨੇ ਹੱਥ ਨਾ ਖੜੇ ਕੀਤੇ ਹੋਣ, ਪਰ ਉਹ ਸ਼ਾਇਦ 1% ਤੋਂ ਵੀ ਵੱਧ ਨਾ ਹੋਣ। ਸ਼ੁਰੂ ਵਿੱਚ ਥੋੜ੍ਹੇ ਜਿਹੇ ਹੀ ਬੰਦੇ ਸਨ ਜਿਨ੍ਹਾਂ ਨੇ ਕੁਝ ਸਵਾਲ ਲਿਖ ਕੇ ਰੱਖੇ ਹੋਏ ਸਨ ਜੋ ਇਹ ਸਨ: ਸਰਕਾਰ ਨੇ ਸਿੰਘ ਸਾਹਿਬਾਨ ਦਾ ਕੀ ਗੁਪਤ ਸਮਝੌਤਾ ਹੋਇਆ ਹੈ, ਉਹ ਦੱਸਿਆ ਜਾਵੇ। ਗੁਰੂ ਰਾਮਦਾਸ ਨਿਵਾਸ, ਗੁਰੂ ਨਾਨਕ ਨਿਵਾਸ ਤੇ ਹੋਰ ਦਰਬਾਰ ਸਾਹਿਬ ਦੀਆਂ ਇਮਾਰਤਾਂ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤੀਆਂ ਗਈਆਂ? ਗਿਆਨੀ ਜੈਲ ਸਿੰਘ ਨੂੰ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਨਹੀਂ ਕੀਤਾ ਗਿਆ ਤੇ ਉਸ ਦਾ ਕੀ ਸਪਸ਼ਟੀਕਰਨ ਹੈ? ਪੁਲਿਸ ਨੇ ਜੋ ਪਿੰਡਾਂ ਵਿੱਚ ਅਤਿਆਚਾਰ ਚੁੱਕਿਆ ਹੋਇਆ ਹੈ ਉਸ ਦੀ ਨਿਖੇਧੀ ਕਿਉਂ ਨਹੀਂ ਕੀਤੀ ਗਈ? ਜੋ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋ ਗਏ ਹਨ ਉਹਨਾਂ ਨੂੰ ਸ਼ਰਧਾਂਜਲੀ ਕਿਉਂ ਨਹੀਂ ਦਿੱਤੀ ਗਈ? ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਾਰੇ ਮਤੇ ਬਾਹਾਂ ਖੜੀਆਂ ਕਰਵਾ ਕੇ ਸੰਗਤ ਕੋਲੋਂ ਪਾਸ ਕਰਵਾਏ ਗਏ, ਜਿਨ੍ਹਾਂ ਵਿੱਚ ਖਾਲਿਸਤਾਨ ਦਾ ਮਤਾ ਵੀ ਸੀ। ਹਾਲੀ ਲੈਕਚਰਬਾਜ਼ੀ ਚੱਲ ਰਹੀ ਸੀ ਕਿ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਪੁਲਿਸ ਆ ਕੇ ਖੜੀ ਹੋ ਗਈ। ਇਸੇ ਦੌਰਾਨ ਕੁਝ ਮੁੰਡੇ ਕਿੱਧਰੋਂ ਪੀਲਾ ਕੱਪੜਾ ਲੈ ਕੇ ਆਏ ਤੇ ਉਹਨਾਂ ਨੇ ਸੰਗਤ ਦੇ ਸਾਹਮਣੇ ਹੀ ਨਿਸ਼ਾਨ ਸਾਹਿਬ ਬਣਾਇਆ। ਉੱਤੇ ਖਾਲਿਸਤਾਨ ਕੋਲੇ ਨਾਲ ਲਿਖ ਕੇ ਇਲਾਚੀ ਬੇਰੀ ਦੇ ਦਰਸ਼ਨੀ ਡਿਉੜੀ ਉੱਤੇ ਚੜ੍ਹ ਗਏ ਤੇ ਉੱਥੇ ਜਾ ਕੇ ਲਹਿਰਾ ਦਿੱਤਾ। ਇਸ ਉਪਰੰਤ ਪੁਲਿਸ ਤੇ BSF ਦੀਆਂ ਧਾੜਾਂ ਅੰਦਰ ਆ ਵੜੀਆਂ ਅਤੇ ਉਹਨਾਂ ਨੇ ਸੰਗਤ ਦੀ ਖਿੱਚ ਧੂ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 200 ਤੋਂ ਵੱਧ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜੋ ਇਸ ਘਟਨਾ ਦੇ ਨਾਲ ਹੀ ਸਿੱਖ ਰਾਜਨੀਤੀ ਅੰਦਰ ਇੱਕ ਨਵੇਂ ਵਰਤਾਰੇ ਦੀ ਸ਼ੁਰੂਆਤ ਹੋ ਗਈ। ਬਾਅਦ ਵਿੱਚ ਜਾ ਕੇ ਜਿਸ ਨੇ ਸਿੱਖ ਕੌਮ ਅੰਦਰ ਖਾਨਾ ਜੰਗੀ ਵਰਗੀ ਹਾਲਤ ਪੈਦਾ ਕਰ ਦਿੱਤੀ ਅਤੇ ਅੰਤ ਵਿੱਚ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਸੀਨੀਅਰ ਅਧਿਕਾਰੀਆਂ ਤੇ ਅਕਾਲੀ ਆਗੂਆਂ ਦੀਆਂ ਜਾਨਾਂ ਦੀ ਬਲੀ ਲੈ ਲਈ। ਇਸ ਤੋਂ ਬਾਅਦ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ਼ਾਇਦ ਹੀ ਕੋਈ ਪ੍ਰੋਗਰਾਮ ਅਜਿਹਾ ਹੋਇਆ ਹੋਵੇਗਾ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੱਖ ਵਿੱਚ ਤੇ ਅਕਾਲੀ ਲੀਡਰਸ਼ਿਪ ਦੇ ਵਿਰੋਧ ਵਿੱਚ ਨਾਅਰੇ ਨਾ ਲੱਗੇ ਹੋਣ ਅਤੇ ਨੌਬਤ ਲੜਾਈ ਝਗੜੇ ਤੱਕ ਨਾ ਪਹੁੰਚੀ ਹੋਵੇ। ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਵਰਤਾਰੇ ਨੂੰ ਸਮਝਣ ਦਾ ਸੁਹਿਰਦ ਯਤਨ ਨਾ ਕੀਤਾ। ਆਪਣੇ ਬਚਾਓ ਤੇ ਸਵੈ ਸੰਤੁਸ਼ਟੀ ਲਈ ਉਹਨਾਂ ਨੇ ਇਸ ਨੂੰ ਸਰਕਾਰ ਦੀ ਸਾਜ਼ਿਸ਼ ਜਾਂ ਗੁੰਮਰਾਹ ਹੋਏ ਸਿੱਖ ਨੌਜਵਾਨਾਂ ਦੀ ਹੁੱਲੜਬਾਜ਼ੀ ਦਾ ਨਾਂ ਦੇ ਕੇ ਬੱਧੂ ਕਰਨ ਦੀ ਨਕਾਰਾਤਮਕ ਪਹੁੰਚ ਅਪਣਾ ਲਈ। ਇਸ ਮੂੰਹ ਜ਼ੋਰ ਹਕੀਕਤ ਤੋਂ ਕੋਈ ਸਿਰੇ ਦਾ ਅਸਬੀ ਵਿਅਕਤੀ ਹੀ ਮੁਨਕਰ ਹੋ ਸਕਦਾ ਹੈ ਕਿ ਉਸ ਵਕਤ ਸਿੱਖਾਂ ਦੇ ਇੱਕ ਵਰਗ ਅੰਦਰ, ਨੌਜਵਾਨ ਵਰਗ ਅੰਦਰ ਖਾਸ ਕਰਕੇ ਅਕਾਲੀ ਲੀਡਰਸ਼ਿਪ ਤੇ ਸਿੰਘ ਸਾਹਿਬਾਨ ਦੇ ਖਿਲਾਫ ਬੇਚੈਨੀ ਤੇ ਨਾਰਾਜ਼ਗੀ ਦੀ ਇੱਕ ਜ਼ੋਰਦਾਰ ਪਤਾਲ ਧਾਰਾ ਵਗ ਰਹੀ ਸੀ। ਅਕਾਲੀ ਆਗੂ ਤੇ ਸਿੰਘ ਸਾਹਿਬਾਨ ਆਪਣੇ ਦੋਸ਼ਪੂਰਨ ਰਾਜਨੀਤਿਕ ਨਜ਼ਰੀਏ ਤੇ ਸਵਾਰਥ ਦੀ ਵਜ੍ਹਾ ਕਰਕੇ ਇਸ ਤੱਥ ਨੂੰ ਬੇਹੱਦ ਘਟਾ ਕੇ ਵੇਖ ਰਹੇ ਸਨ। ਇਸ ਤਰ੍ਹਾਂ ਉਹਨਾਂ ਨੇ ਇਸ ਅਪੁੱਠੇ ਤਰਕ ਦਾ ਆਸਰਾ ਲੈ ਕੇ ਨਾ ਸਿਰਫ ਆਪਣੀ ਦਸਤੂਰੀ ਦੇ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਸਨ, ਸਗੋਂ ਸਿੱਖ ਕੌਮ ਅੰਦਰ ਖਾਨਾ ਜੰਗੀ ਦੀ ਸੂਰਤ ਪੈਦਾ ਕਰਨ ਦਾ ਆਧਾਰ ਸਿਰਜ ਦਿੱਤਾ ਸੀ। ਇੱਕ ਤਰ੍ਹਾਂ ਨਾਲ ਉਹਨਾਂ ਦੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਪੁਲਿਸ ਦੀ ਜ਼ਿੰਮੇਵਾਰੀ ਆਪਣੇ ਸਿਰ ਓਟ ਲਈ ਸੀ। ਇਸ ਦੇ ਨਤੀਜੇ ਬਹੁਤ ਤਬਾਹਕੁਨ ਸਾਬਤ ਹੋਏ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਢਾਂਚੇ ਅੰਦਰ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਦੀ ਘੁਸਪੈਠ ਪਹਿਲਾਂ ਵੀ ਕੋਈ ਘੱਟ ਨਹੀਂ ਸੀ। ਅਕਾਲੀ ਦਲ ਦੇ ਬਹੁਤ ਸਾਰੇ ਅਹਿਮ ਅਹੁਦੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਦੇ
ਸਰਕਾਰੀ ਖੂਫੀਆ ਏਜੰਸੀਆਂ ਦੇ ਤਨਖਾਹਦਾਰ ਕਰਿੰਦੇ ਹੋਣ ਦੀ ਚਰਚਾ ਰਾਜਨੀਤਿਕ ਹਲਕਿਆਂ ਅੰਦਰ ਅਕਸਰ ਹੁੰਦੀ ਰਹਿੰਦੀ ਸੀ। ਪਰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਇਹ ਵਰਤਾਰਾ ਗੰਭੀਰ ਆਕਾਰ ਪਸਾਰ ਅਖਤਿਆਰ ਕਰ ਗਿਆ ਸੀ। ਨਾ ਸਿਰਫ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਅਹੁਦੇਦਾਰਾਂ ਦਾ ਖੂਫੀਆ ਏਜੰਸੀਆਂ ਨਾਲ ਨੇੜਲਾ ਤਾਲਮੇਲ ਸਥਾਪਿਤ ਹੋ ਗਿਆ, ਸਗੋਂ ਸਰਕਾਰੀ ਏਜੰਸੀਆਂ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਨੇਕਾਂ ਰੂਪਾਂ ਵਿੱਚ ਅਤੇ ਵੱਡੇ ਪੈਮਾਨੇ 'ਤੇ ਆਪਣੀ ਸਿੱਧੀ ਘੁਸਪੈਠ ਕਰ ਲਈ। ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਸਰਕਾਰ ਨਾਲ ਸਾਂਠ-ਗਾਂਠ ਤੋਂ ਬਿਨਾਂ ਅਜਿਹਾ ਹੋਣਾ ਸੰਭਵ ਨਹੀਂ ਸੀ। ਬਾਅਦ ਵਿੱਚ ਜਾ ਕੇ ਖੜਕੂ ਲਹਿਰ ਦੀ ਚੜ੍ਹਤ ਦੇ ਦੌਰਾਨ ਇਹ ਵਰਤਾਰਾ ਬਹੁਤ ਹੀ ਗੁੰਝਲਦਾਰ ਤੇ ਖਤਰਨਾਕ ਸ਼ਕਲ ਗ੍ਰਹਿਣ ਕਰ ਗਿਆ ਸੀ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਚੁੱਕ ਮਾਫ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।